ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। The News King, Mr. Satpal Singh Jol Sahab, a very good morning ji, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅੱਜ ਬਹੁਤ ਮਿਹਰਬਾਨੀ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ। ਨਵੰਬਰ ਮਹੀਨੇ ਦੀ ਪਹਿਲੀ ਤਰੀਕ ਹੈ, ਜਦੋਂ ਨਵੰਬਰ ਮਹੀਨਾ ਚੜ੍ਹਦਾ ਹੈ ਜੀ 1984 ਦਾ ਯਾਦ ਆ ਜਾਂਦਾ ਹੈ। ਹਾਂ, ਕਿਉਂਕਿ ਵੀ ਜਦੋਂ ਅਕਤੂਬਰ ਸੀ ਨਾ 31 ਅਰਸ਼, ਤੇ ਉਸ ਦਿਨ ਮੈਂ ਖੁਦ ਵੀ ਦਿੱਲੀ 'ਚ ਸੀ ਜੀ। ਤੇ ਜਾਣੀ ਇਹ ਉੱਥੇ ਨਾ ਸਾਰਿਆਂ ਨੂੰ ਪਤਾ ਵੀ ਪੰਜਾਬੀ ਦੇ ਵਿੱਚ ਖਬਰਾਂ 1:40 ਤੇ ਦੁਪਹਿਰ ਨੂੰ ਆਉਂਦੀਆਂ ਸੀ। ਪਹਿਲਾਂ ਫੌਜੀਆਂ ਦੇ ਪਸੰਦ ਦੇ ਜਿਹੜੇ ਗੀਤ ਹੁੰਦੇ ਸੀ ਉਹਨਾਂ ਦਾ ਪ੍ਰੋਗਰਾਮ ਹੁੰਦਾ ਸੀਗਾ ਆਕਾਸ਼ਵਾਣੀ ਤੇ। ਅੱਛਾ। ਉਹ ਹੁਣ ਮਤਲਬ ਦਿੱਲੀ 'ਚ ਵੀ ਬੁਲੇਟਿਨ ਉਹੀ ਬ੍ਰੌਡਕਾਸਟ ਹੁੰਦਾ ਜਿਹੜਾ ਪੰਜਾਬ 'ਚ ਜਾਂ ਪੰਜਾਬੀ ਸਪੀਕਿੰਗ ਏਰੀਆਜ਼ ਦੇ ਵਿੱਚ ਉੱਥੇ। ਤੇ ਉਹ ਜਦੋਂ 1:40 ਤੇ ਖਬਰਾਂ ਆਈਆਂ ਤਾਂ ਫਿਰ ਇਹ ਗੱਲ ਜਾਣੀ ਕਿ ਉੱਥੇ ਦੇਖਿਆ ਸੀ ਵੀ ਬਾਜ਼ਾਰਾਂ ਦੇ ਵਿੱਚ ਰੇਡੀਓ ਉੱਚੀ ਲਾ ਕੇ ਲੋਕ ਸੁਣ ਰਹੇ ਸੀ ਵੀ ਕੀ ਸਿਚੁਏਸ਼ਨ ਜਿਹੜੀ ਆ ਡਿਵੈਲਪ ਹੋ ਰਹੀ ਆ ਗੋਲੀਆਂ ਚੱਲਣ ਤੋਂ ਬਾਅਦ ਜੀ। ਤੇ ਉਹਦੇ ਨਾਲ ਹੀ ਫਿਰ ਜਾਣੀ ਅਸੀਂ ਦੇਖਿਆ ਸੀਗਾ ਵੀ ਜਿਹੜੀਆਂ ਲਾਈਨਾਂ ਬਣਾ ਕੇ ਉਹ ਜਿਹੜੇ ਗੁੰਡਾਗਰਦੀ ਵਾਲੇ ਅਨਸਰ ਸੀ ਜਾਣੀ ਉਹ ਵੀ ਬਾਜ਼ਾਰਾਂ ਦੇ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਸੀਗੇ, ਹਨਾ। ਅੱਛਾ। ਤੇ ਵੀ ਹੁਣ ਕੋਈ ਵੀ ਮੌਕੇ ਦੀ ਸਰਕਾਰ ਹੋਵੇ, ਇੱਕ ਪਾਸੇ ਜੇ ਉਹ ਕਹਿੰਦੇ ਵੀ ਸਾਨੂੰ ਕੀੜੀ ਵੀ ਤੁਰੀ ਜਾਂਦੀ ਦਿਸਦੀ ਆ, ਤੇ ਉਹ ਜਾਣੀ ਕਿ ਵੀ ਤਬਾਹੀ ਦੇ ਮੌਤ ਦੇ ਤਾਂਡਵ ਦੇ ਜਿੰਨ ਜਿਹੜੇ ਆ ਉਹ ਨਜ਼ਰ ਇਹਨਾਂ ਨੂੰ ਉਸ ਵੇਲੇ ਆਉਣੋਂ ਹਟ ਗਏ ਜੀ। ਇਹ ਆ ਜੀ ਵੀ ਫਿਰ ਉਹ ਜਿਹੜੀ ਆਖਰੀ ਰੇਲ ਗੱਡੀ ਸੀ ਫਿਰ ਤਾਂ ਹਫੜਾ ਦਫੜੀ ਪੈ ਗਈ ਵੀ ਜਿਹੜੇ ਨਿਕਲ ਸਕਦੇ ਆ ਨਿਕਲ ਜਾਓ। ਹਾਂਜੀ। ਤੇ ਉਹ ਸ਼ਾਨੇ ਪੰਜਾਬ ਸਾਨੂੰ ਯਾਦ ਆ ਵੀ ਚੱਲਦੀ ਹੁੰਦੀ ਸੀ, ਉਹ ਗੱਡੀ ਚੱਲੀ ਤੇ ਉਹਦੇ ਵਿੱਚ ਸਵਾਰ ਹੋ ਕੇ ਅਸੀਂ ਪੰਜਾਬ ਵੱਲ ਚੱਲ ਗਏ। ਤੇ ਪਰ ਉਸ ਤੋਂ ਬਾਅਦ ਫਿਰ ਜੋ ਕੁਝ ਵਾਪਰਿਆ ਤੇ ਆਪਾਂ ਸੁਣਿਆ ਜੀ ਵੀ ਉਹ ਜ਼ਿੰਮੇਵਾਰ ਜਿਨ੍ਹਾਂ ਨੇ ਰੋਕਣਾ ਸੀ ਇਹ ਸਾਰਾ ਕੁਛ ਜਾਂ ਪਤਾ ਕਰਨਾ ਸੀ ਵੀ ਕੌਣ ਇਹ ਸਭ ਕੁਛ ਦੇ ਪਿੱਛੇ ਹੈ, ਉਹਨਾਂ ਨੇ ਖੁਦ ਹੀ ਇਹ ਕਹਿ ਦਿੱਤਾ ਵੀ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤੇ ਧਰਤੀ ਕੰਬਦੀ ਆ। ਮਤਲਬ ਬਹੁਤਾ ਟਾਈਮ ਤੇ ਉਹਨਾਂ ਨੇ ਬਾਅਦ ਵਿੱਚ ਆਪ ਵੀ ਨਹੀਂ ਕੱਟਿਆ, ਕੁਛ ਸਾਲਾਂ ਬਾਅਦ ਉਹਨਾਂ ਦੇ ਡਿੱਗਣ ਨਾਲ ਫਿਰ ਧਰਤੀ ਕੰਬੀ ਵਾਲੀ ਨਹੀਂ ਵੈਸੇ। ਤੇ ਇਸ ਕਰਕੇ ਜੀ ਵੀ ਜਿਨ੍ਹਾਂ ਨੇ ਜਾਣੀ ਕਿ ਰੋਕਣਾ ਸੀ, ਇਹ ਸਭ ਕੁਛ ਨਹੀਂ ਹੋਣ ਦੇਣਾ ਸੀ, ਜਦੋਂ ਉਹਨਾਂ ਦੀ ਹੀ ਇਹ ਸਟੇਟਮੈਂਟ ਆ ਗਈ ਤੇ ਫਿਰ ਸਮਝਿਆ ਜਾ ਸਕਦਾ ਵੀ ਇੰਟੈਂਸ਼ਨ ਕੀ ਸੀ ਤੇ ਵੀ ਉਹਦੇ ਮਗਰ ਫਿਰ ਕੌਣ ਸੀ, ਹਨਾ। ਇਹ ਸਟੇਟਮੈਂਟ ਨੂੰ ਐਨਾਲਾਈਜ਼ ਜੇ ਕਰ ਲਿਆ ਜਾਵੇ ਤੇ ਇਹਦੇ ਵਿੱਚ ਹੀ ਆ ਸਭ ਕੁਛ ਵੀ ਕੌਣ ਸੀ ਕਰਾਉਣ ਵਾਲੇ। ਸੋ ਇਸ ਕਰਕੇ ਆ ਜੀ ਵੀ ਜੋ ਉਹ ਕਹਿਰ ਵਾਪਰਿਆ, ਔਰ ਸਾਨੂੰ ਪਤਾ ਵੀ ਉਹ ਹੋਣ ਤੋਂ ਬਾਅਦ ਜਦੋਂ ਦਸੰਬਰ 'ਚ ਦੁਬਾਰਾ ਦਿੱਲੀ ਮੈਂ ਗਿਆ ਤੇ ਜਿਹੜੇ ਮਤਲਬ ਉੱਥੇ ਹੁਣ ਯੰਗ ਅਵਸਥਾ ਹੁੰਦੀ, ਨੌਜਵਾਨ, ਉਹ ਆਪਸ ਦੇ ਵਿੱਚ ਗੱਲਾਂ ਕਰਦੇ, ਅਸੀਂ ਸੁਣਦੇ ਸੀ ਜੀ ਵੀ ਇਧਰ ਸੇ ਸਰਦਾਰ ਆਇਆ, ਇਧਰ ਸੇ ਟਾਇਰ ਡਾਲਾ, तो जब आग लगाई तो फिर बहुत उसने भंगड़ा डाला। ਇਹ ਗੱਲਾਂ ਅਸੀਂ ਸੁਣਦੇ ਰਹੇ ਹਾਂ। ਹਾਂਜੀ। ਸੋ ਇਸ ਤਰ੍ਹਾਂ ਹੈ ਜੀ ਵੀ ਇਹ ਕਹਿਰ ਦੀਆਂ ਮੌਤਾਂ ਹੋਈਆਂ। ਉਸ ਤੋਂ ਵੀ ਵੱਡੀ ਗੱਲ ਇਹ ਆ ਵੀ ਜਾਣੀ ਕਿ ਵੀ ਕੌਣ ਕਰ ਗਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਹਨਾ। ਸੋ ਤਦ ਕਰਕੇ ਜੀ ਵੀ ਅੱਜ ਤੱਕ ਵੀ ਜੇ ਪਦਵੀਆਂ ਦੇ ਕੇ ਨਿਵਾਜਿਆ ਜਾ ਰਿਹਾ ਤੇ ਉਹਨਾਂ ਦੀ ਇੰਟੈਂਸ਼ਨ ਸਮਝ ਆਉਂਦੀ ਆ। ਸੋ ਤਦ ਕਰਕੇ ਇਹ ਹੈ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਝ ਵਾਪਰੇ ਨਾ। ਆਪਾਂ ਹਰ ਸਾਲ ਇਹ ਸਭ ਕੁਝ ਯਾਦ ਕਰਦੇ ਹਾਂ। ਅੱਜ 35 ਸਾਲ ਹੋ ਗਏ ਆ। ਸ਼ਰਧਾਂਜਲੀ ਹੈ ਜੀ ਉਹ ਜਿਹੜੇ ਉਸ ਵੇਲੇ ਸਿਰਫ ਸਿੱਖ ਹੋਣ ਕਰਕੇ ਉਹਨਾਂ ਦੀਆਂ ਜਾਨਾਂ ਗਈਆਂ, ਜਿੱਥੇ ਕਿਤੇ ਵੀ ਉਹਨਾਂ ਨੂੰ ਇਹ ਅੱਜ ਵੀ ਪੀੜਤ ਉਹਨਾਂ ਦੇ ਪਰਿਵਾਰ ਪਿੱਛੇ ਹੈਗੇ ਆ ਜੀ। ਸੋ ਅਸੀਂ ਸਿਰਫ ਸੀਸ ਨਿਭਾ ਕੇ ਸ਼ਰਧਾਂਜਲੀ ਦਿੰਦੇ ਹਾਂ। Yes, 905 813 1320 905 813 1320 ਗੂਜ਼ਬੰਪਸ ਚੜ੍ਹ ਜਾਂਦੇ ਜੌਲ ਸਾਹਿਬ ਜਦੋਂ ਵੀ ਆਪਾਂ ਡਾਕੂਮੈਂਟਰੀਜ਼ ਦੇਖੀਦੇ ਹੁੰਦੇ ਜਾਂ ਜੋ ਵੀ ਹਾਦਸਾ ਹੋਇਆ ਉਸ ਟਾਈਮ ਦੇ ਉੱਤੇ ਪਰਿਵਾਰ ਵਿਛੜ ਗਏ। ਐਂਡ ਜੋ ਹੋਇਆ ਬਹੁਤ ਹੀ ਮਾੜਾ ਹੋਇਆ, ਬਟ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਐਂਡ what could we do? ਹਾਲੇ ਤੱਕ ਤੁਸੀਂ ਜਿੱਦਾਂ ਕਿਹਾ ਕਿ we don't know ਇਹ ਕਿਹਨਾਂ ਨੇ ਕੀਤਾ, ਤੇ ਜਿਨ੍ਹਾਂ ਨੇ ਕੀਤਾ ਉਹ ਤਾਂ ਚੱਲ ਗਏ ਚੁੱਪ-ਚਾਪ ਆਪਣਾ ਕੰਮ ਕਰਕੇ। ਨਹੀਂ, ਉਹ ਫਿਰ ਜਿਨ੍ਹਾਂ ਨੇ ਕਰਵਾਇਆ ਜਾਂ ਜਿਨ੍ਹਾਂ ਨੇ ਚਲੋ ਜਿਨ੍ਹਾਂ ਤੋਂ ਰੋਕਣ ਦੀ ਆਸ ਸੀ, ਜੇ ਉਹਨਾਂ ਨੇ ਕਰਵਾਉਣਾ ਸੀ ਤੇ ਫਿਰ ਰੁਕਣਾ ਕਿੰਨੇ ਸੀ ਨਾ। ਇਹ ਥੋੜ੍ਹਾ ਗੱਲ ਆ ਵੀ ਹੁਣ ਜਿਨ੍ਹਾਂ ਨੇ ਗੋਲੀਆਂ ਚਲਾ ਕੇ ਉਸ ਵੇਲੇ ਪ੍ਰਾਈਮ ਮਿਨਿਸਟਰ ਨੂੰ ਮਾਰਿਆ, ਉਹਨਾਂ ਦਾ ਤਾਂ ਖੁਰਾਕ ਜਾਣੀ ਉਹਨਾਂ ਨੂੰ ਕੁਛ ਘੰਟਿਆਂ 'ਚ ਹੀ ਲੱਭ ਗਿਆ। ਬਿਲਕੁਲ ਹੈ। ਤੇ ਜਿਹੜੇ ਸ਼ਰੇਆਮ ਜਾਣੀ ਕਿ ਜਿਹਦੇ ਲੋਕਾਂ ਨੂੰ ਸੜਕਾਂ ਤੇ ਅੱਗ ਲਾ ਰਹੇ, ਉਹ ਉਹਨਾਂ ਨੂੰ ਦਿਸੇ ਹੀ ਨਹੀਂ। ਸੋ ਤਦ ਕਰਕੇ ਆ ਵੀ ਜਦੋਂ ਇੰਟੈਂਸ਼ਨ ਨਹੀਂ ਨਾ ਹੈਗੀ, ਵੀ ਇੰਟੈਂਸ਼ਨ ਹੀ ਉੱਥੇ ਰਾਜ ਸੱਤਾ ਤੇ ਵਿਰਾਜਮਾਨ ਹੋਣ ਵਾਲੇ ਲੋਕਾਂ ਦੀ ਵੀ ਇਹ ਸੀ ਵੀ ਧਰਤੀ ਕੰਬਦੀ ਆ, ਇਹਨੂੰ ਹੋਰ ਝਟਕਾ ਦਿਓ, ਹੋਰ ਕੰਬੇ ਥੋੜੀ ਜੀ। ਹਾਂਜੀ। ਰੋਕਣਾ ਉਹਨਾਂ ਉੱਥੇ ਕਿਹਨੇ ਸੀਗਾ? ਪਰ ਜੇ ਉਹ ਰੋਕਣਾ ਚਾਹੁੰਦੇ ਤਾਂ ਹੋ ਵੀ ਕੁਛ ਨਹੀਂ ਸੀ ਸਕਦਾ, ਐਸੀ ਕੋਈ ਗੱਲ ਨਹੀਂ। ਕਿਉਂਕਿ ਜਦੋਂ ਆਪ ਗਿਆ ਉਹੀ ਬੰਦਾ 1999 ਦੇ ਵਿੱਚ ਜਦੋਂ ਬੰਦਾ ਆਪ ਗਿਆ
ਤੇ ਉਦੋਂ ਤੇ ਕੁਛ ਨਹੀਂ ਹੋਇਆ ਨਾ, ਉਦੋਂ ਵਾਲੀ ਧਰਤੀ ਕੰਬੀ, ਦਰਖਤ ਤੇ ਉਹ ਵੀ ਉੱਡਾ ਹੀ ਸੀ। ਤਦ ਕਰਕੇ ਆ ਜੀ ਵੀ ਇੰਟੈਂਸ਼ਨ ਉਸ ਵੇਲੇ ਜੋ ਸੀ ਉਹ ਸੀ ਵੀ ਇਸ ਵੇਲੇ ਜਿਹੜਾ ਇਹ ਬਦਲਾ ਲਓ ਹੁਣ, ਹਨਾ, ਬਦਲੇ ਦੀ ਗੱਲ ਸੀਗੀ। ਸੋ ਵੈਸੇ ਬਹੁਤ ਵੱਡੀ ਗਲਤੀ ਸੀ ਵੀ ਜੇ ਹੁਣ ਇੱਕ ਪਾਸੇ ਤੇ ਆਪਾਂ ਕਹਿੰਦੇ ਵੀ ਬਹੁਤ ਸਾਡੀ ਮਿਲੀਅਨਸ ਆਫ ਸਿੱਖ ਕੌਮ ਆ, ਪਰ ਸਿੱਖ ਕੌਮ ਜਿਹੜੀ ਆ ਉਹ ਕਿੱਦਾਂ ਖੜੀਆਂ ਕਰੇਲੇ ਆ ਜੀ। ਇਹ ਇੰਨੀ ਵੱਡੀ ਜਿਹੜੀ ਫੁੱਟ ਹੋਣ ਕਰਕੇ ਮਤਲਬ ਕਿਸੇ ਕਿਨਾਰੇ ਨਹੀਂ ਦੁਨੀਆ ਦੇ ਵਿੱਚ ਇਹ ਲੱਗ ਰਹੀ ਕੌਮ ਖਾਕ ਛਾਣਦੀ ਫਿਰਦੀ ਆ ਸਾਰੀ ਧਰਤੀ ਤੇ। ਸੱਚ ਹੈ ਇਹ ਗੱਲ, ਗੁੱਸਾ ਨਹੀਂ ਲੱਗਣਾ ਚਾਹੀਦਾ, ਕਿਉਂਕਿ ਵੀ ਤਦ ਕਰਕੇ ਜਾਣੀ ਕੱਖ ਨਹੀਂ ਸਾਡਾ ਬਣ ਰਿਹਾ, ਕਿਤੇ ਵੀ ਸਾਡਾ ਕੱਖ ਨਹੀਂ ਬਣ ਰਿਹਾ, ਕਿਉਂਕਿ ਵੀ ਸਾਡੇ ਵਿੱਚ ਜਿਹੜੀ ਉਹ ਯੂਨਿਟੀ ਅਸੀਂ ਮਤਲਬ ਬੜੀਆਂ ਫੜਾਂ ਆ ਨਾ ਸਾਡੀਆਂ ਵੀ ਅਸੀਂ ਇੱਕ ਕੌਮ ਆ, ਪਰ ਇੱਕ ਕੌਮ ਅਸੀਂ ਹੈ ਨਹੀਂ ਗੇ ਅਸਲ ਦੇ ਵਿੱਚ ਨਾ। ਜੇ ਹੋਈਏ ਤੇ ਸਾਡੀ ਚਲੋ ਇੰਨੀ ਫੁੱਟ ਹੋਣ ਦੇ ਬਾਵਜੂਦ ਵੀ ਅਸੀਂ ਕਈ ਦੇਸ਼ਾਂ 'ਚ ਚਲੋ ਕਾਫੀ ਪ੍ਰਾਪਤੀਆਂ ਵੀ ਨੇ, ਪਰ ਜਿਹੜਾ ਕੁਛ ਵੀ ਨਹੀਂ ਬਣਿਆ ਨਾ ਇੱਕ ਕੌਮ ਹੋਣ ਦੇ ਨਾਤੇ। ਬਹੁਤ ਸਾਰੀਆਂ ਕੌਮਾਂ ਨੇ ਜਿਹੜੇ ਆਪੋ ਆਪਣੇ ਸਾਰੇ ਬਣਾ ਕੇ ਬੈਠੇ ਨੇ ਆਪਣੀ ਕੌਮ ਵਾਸਤੇ, ਆਪਣੇ ਲੋਕਾਂ ਵਾਸਤੇ ਸੇਫ ਥਾਵਾਂ, ਪਰ ਸਾਡਾ ਇਹ ਸਭ ਕੁਝ ਨਹੀਂ ਬਣ ਸਕਿਆ। ਅੱਜ ਵੀ ਜਿਹੜਾ ਲਾਲਾ ਉਹ ਨਜ਼ਰ ਨਹੀਂ ਆਉਂਦਾ। ਤੇ ਉਸ ਵੇਲੇ ਰਾਸ਼ਟਰਪਤੀ ਕੌਣ ਸੀ ਜਿਹਨੇ ਉਹ ਪ੍ਰਾਈਮ ਮਿਨਿਸਟਰ ਬਣਾਇਆ, ਜਿਹਨੇ ਕਿਹਾ ਵੀ ਇਹ ਧਰਤੀ ਕੰਬਦੀ ਆ ਤੇ ਕੰਬ ਲੈਣ ਦਿਓ, ਹਨਾ? ਉਹ ਸਿੱਖ ਹੀ ਸੀ, ਉਹ ਵੀ ਤਾਂ ਸਿੱਖ ਹੀ ਆ। ਤੇ ਹੁਣ ਜੇ ਗੱਲ ਅਸੀਂ ਸਿੱਖਾਂ ਦੀ ਕਰਦੇ ਹਾਂ ਤੇ ਉਹ ਸਿੱਖ ਹੀ ਸੀ। ਕੌਣ ਸੀ ਉਹ? ਸਿੱਖ ਨਹੀਂ ਸੀ, ਸਿੱਖ ਹੀ ਸੀ। ਸੋ ਇਸ ਕਰਕੇ ਆ ਵੀ ਅਸੀਂ ਨਹੀਂ ਹੈਗੇ ਯੂਨਾਈਟਿਡ, ਤੇ ਜੋ ਹੁਸ਼ਰ ਆ ਸਾਡੇ ਸਾਹਮਣੇ ਆ। 9058131320 905-813-1320 ਤੇ ਡਾਇਲ ਕਰਕੇ ਕੋਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਸਾਡੇ ਨਾਲ। ਸੋ ਆਓ ਫਿਰ ਸ਼ੁਰੂਆਤ ਕਰੀਏ ਜੀ ਅੱਜ ਦੀਆਂ ਕੁਛ ਇੱਕ ਲੋਕਲ ਨਿਊਜ਼। ਦੀਵਾਲੀ ਆ ਰਹੀ ਹੈ ਤੇ ਦੀਵਾਲੀ ਦੇ ਮੌਕੇ ਤੇ ਜਿੱਥੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਗੁਰਦੁਆਰਾ, ਮੰਦਿਰ, ਜਿੱਥੇ ਵੀ ਤੁਸੀਂ ਪੂਜਦੇ ਹੋ, ਮੱਥਾ ਟੇਕਦੇ ਹੋ, ਕਈਆਂ ਇਸ ਰਿਲੀਜੀਅਸ ਜਗ੍ਹਾ ਦੇ ਉੱਤੇ ਦੀਵਾਲੀ ਤਾਂ ਮਨਾਈ ਜਾਵੇਗੀ ਪਰ ਪਟਾਕੇ ਨਹੀਂ ਚਲਾਏ ਜਾਣਗੇ। ਮੋਮਬੱਤੀਆਂ ਵੀ ਨਹੀਂ, ਮੋਮਬੱਤੀਆਂ ਵੀ ਨਹੀਂ। ਯੈਸ, ਮੋਮਬੱਤੀਆਂ ਵੀ। ਗੁਰਦੁਆਰਾ ਸਾਹਿਬ ਤੋਂ ਕਹਿ ਰਹੇ ਨੇ ਮੈਨੇਜਮੈਂਟ ਕਿ ਜੀ ਸਾਡੇ ਸ਼ਬਦ ਕੀਰਤਨ ਚੱਲੇਗਾ ਬੰਦੀ ਛੋੜ ਦਿਵਸ, ਉਹਨਾਂ ਵੱਲੋਂ ਕਿਹਾ ਗਿਆ ਬੰਦੀ ਛੋੜ ਦਿਵਸ। ਦੀਵਾਲੀ ਦਾ ਨਾਂ ਉਹਨਾਂ ਵੱਲੋਂ ਵਰਤਿਆ ਨਹੀਂ ਗਿਆ ਜੀ। ਬੰਦੀ ਛੋੜ ਦਿਵਸ ਤੇ ਹੋਵੇਗਾ ਜੀ ਉੱਥੇ ਸ਼ਬਦ ਕੀਰਤਨ ਦਾ ਪ੍ਰਵਾਹ ਚੱਲੇਗਾ, ਲੰਗਰ ਹਾਲ ਜਿਹੜਾ ਲੇਕਿਨ ਬੰਦ ਹੋਏਗਾ ਤੇ ਲੰਗਰ ਵੱਲੋਂ ਨਹੀਂ ਸਰਵ ਹੋਣਾ ਥੱਲੇ ਲੰਗਰ ਹਾਲ ਦੇ ਵਿੱਚ, ਪਰ ਉਹਦੀ ਜਗ੍ਹਾ ਤੇ ਜਾਣੀ ਪ੍ਰਬੰਧ ਇਹ ਹੋਊਗਾ ਵੀ ਬਾਹਰੋਂ ਜਾਣੀ ਕਿ ਲੰਗਰ ਲੈ ਕੇ ਜਾਇਆ ਜਾ ਸਕੂਗਾ, ਪਾਰਕਿੰਗ ਦੇ ਵਿੱਚ ਉਹ ਪ੍ਰਬੰਧ ਕਰ ਲੈਣਗੇ ਜੀ। ਤੇ ਇਹਦੇ ਨਾਲ ਹੀ ਆ ਵੀ ਥੋੜੀ ਆਵਾਜਾਈ ਰਹੇਗੀ ਤੇ ਪਟਾਖੇਬਾਜ਼ੀ ਆ ਜਿਹੜੀ ਉੱਥੇ ਪਾਰਕਿੰਗ ਦੇ ਵਿੱਚ ਕਈ ਵਾਰੀ ਲੋਕ ਜਾ ਕੇ ਕਰਦੇ ਆ, ਉਹਦੀ ਮਨਾਹੀ ਹੋਏਗੀ ਵੀ ਪਟਾਖੇ ਜਿਹੜੇ ਉੱਥੇ ਜਾ ਕੇ ਨਹੀਂ ਚਲਾਏ ਜਾ ਸਕਦੇ ਜੀ। ਤੇ ਮੋਮਬੱਤੀਆਂ ਵੀ ਕਿਹਾ ਗਿਆ ਵੀ ਨਾ ਬਾਲੀਆਂ ਜਾਣ ਤੇ ਸ਼ਬਦ ਕੀਰਤਨ ਜਿਹੜਾ ਸਰਵਣ ਕੀਤਾ ਜਾਵੇ ਜੀ। ਵੈਸੇ ਅਰਸ਼ ਮੰਨੀਏ ਭਾਵੇਂ ਨਾ, ਚਲੋ ਸਦੀਆਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਵੀ ਦੀਵਾਲੀ ਦਾ ਸੰਬੰਧ ਦੀਵਿਆਂ ਨਾਲ ਹੈ ਜੀ, ਰੌਸ਼ਨੀਆਂ ਨਾਲ ਹੈ ਜੀ, ਲਾਈਟਾਂ ਨਾਲ ਆ ਜੀ, ਪਰ ਉਹ ਰੌਸ਼ਨੀਆਂ ਤੇ ਲਾਈਟਾਂ ਕਿਹੜੀਆਂ ਆ? ਸਾਨੂੰ ਲੱਗਦਾ ਵੀ ਲੋਕ ਅਜੇ ਤੱਕ ਉਹ ਚੀਜ਼ ਸਮਝ ਹੀ ਨਹੀਂ ਸਕੇ ਵੀ ਅਸਲ ਦੇ ਵਿੱਚ ਉਹ ਲਾਈਟਾਂ ਤੇ ਰੌਸ਼ਨੀਆਂ ਕਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ, ਜਿਹਦਾ ਕਿ ਦੀਵਾਲੀ ਦਾ ਮਤਲਬ ਆ ਹੈ। ਮਤਲਬ ਇਹ ਆਖਿਆ ਜਾ ਰਿਹਾ ਜੀ, ਗੁਰੂ ਸਾਹਿਬ ਵੀ ਇਹ ਸੰਦੇਸ਼ ਦੇ ਕੇ ਗਏ ਆ, ਹਨਾ, ਵੀ ਦੀਵਾਲੀ ਦਾ ਮਤਲਬ ਹੈ ਜਿਹੜਾ ਵੀ ਆਪਣੇ ਦਿਮਾਗਾਂ ਦੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਆ ਨਾ, ਉਹਨੂੰ ਖਤਮ ਕਰਨ ਦੇ ਲਈ ਆਪਣੇ ਸਿਰਾਂ ਦੇ ਵਿੱਚ ਗੁਰੂ ਸ਼ਬਦ ਦੇ ਗਿਆਨ ਦਾ ਦੀਵਾ ਜਗਾਉਣਾ, ਇਹ ਆ ਦੀਵਾਲੀ। ਹੁਣ ਆਲ ਦੁਆਲ ਦੇ ਵਿੱਚ ਬਾਹਰ ਅਸੀਂ ਦੁਨੀਆ ਦੇ ਵਿੱਚ ਮੋਮਬੱਤੀਆਂ ਜਗਾ ਕੇ, ਦੀਵੇ ਬਾਲ ਕੇ, ਇਹੋ ਜਿਹੀਆਂ ਰੌਸ਼ਨੀਆਂ ਤਾਂ ਸਦੀਆਂ ਤੋਂ ਕਰੀ ਜਾ ਰਹੇ ਆ, ਪੀੜ੍ਹੀ ਦਰ ਪੀੜ੍ਹੀ ਜੀ, ਪਰ ਇਹਦੇ ਨਾਲ ਪ੍ਰਾਪਤੀ ਕੀ ਹੋ ਰਹੀ ਆ? ਕੋਈ ਰਸਮਾਂ ਤੇ ਅਸੀਂ ਪੂਰੀਆਂ ਕਰੀ ਜਾ ਰਹੇ ਹਾਂ। ਇਹਦੇ ਨਾਲ ਜੋ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਉਹ ਦੀਵਾਲੀ ਮਨਾਉਣ ਦਾ ਮਕਸਦ ਪੂਰਾ ਹੋ ਰਿਹਾ? ਨਹੀਂ ਹੋ ਰਿਹਾ। ਦਿਸ ਰਿਹਾ ਆਪਾਂ ਨੂੰ ਸਾਹਮਣੇ ਕੰਧ ਤੇ ਲਿਖਿਆ ਵੀ ਨਹੀਂ ਮਕਸਦ ਪੂਰਾ ਹੋ ਰਿਹਾ। ਕਿਉਂਕਿ ਜੇ ਦੀਵਾਲੀਆਂ ਤੇ ਦੀਵੇ ਵੀ ਜਗਾਈ ਜਾਂਦੇ ਆ, ਬੰਦੀ ਛੋੜ ਦਿਵਸ ਵੀ ਮਨਾਈ ਜਾਂਦੇ ਆ, ਨਾਲ ਜੇ ਆਪਣੇ ਦੇਸ਼ ਚੋਂ ਡਰ ਕੇ ਭੱਜੇ ਆ ਵੀ ਉੱਥੇ ਸਾਡਾ ਕੱਖ ਨਹੀਂ ਬਣਨਾ, ਨਵੇਂ ਦੇਸ਼ ਦੇ ਵਿੱਚ ਵੀ ਆ ਕੇ ਜੇ ਅਗਿਆਨਤਾ ਅਸੀਂ ਢੋਇਆ, ਨਾਲ ਬੇਈਮਾਨੀਆਂ ਸਕੀਮਾਂ ਨਾਲ ਖੇਡੀਆਂ ਜਾ ਰਹੀਆਂ ਜੀ, ਨਵੇਂ ਦੇਸ਼ ਨੂੰ ਆ ਕੇ ਬਰਬਾਦ ਕਰਨਾ ਸ਼ੁਰੂ ਕੀਤਾ ਹੋਇਆ, ਤੇ ਮਕਸਦ ਸਾਫ਼ ਪਤਾ ਲੱਗ ਰਿਹਾ ਵੀ ਦੀਵਾਲੀ ਮਨਾਉਣ ਦਾ ਅਸੀਂ ਹੱਲ ਨਹੀਂ ਕੀਤਾ ਅਜੇ ਤੱਕ ਆਪਣੇ ਦਿਮਾਗਾਂ ਦੇ ਅੰਦਰ। ਸੋ ਇਸ ਕਰਕੇ ਆ ਵੀ ਇਹ ਮੈਂ ਸਮਝਾਂਗਾ ਵੀ ਜੇ ਆਪਣੇ ਉਸ ਦੇਸ਼ ਦੇ ਵਿੱਚ ਸਾਡਾ ਅਲੰਭਾ ਆ ਵੀ ਉੱਥੇ ਭ੍ਰਿਸ਼ਟਾਚਾਰ ਬਹੁਤ ਆ, ਉੱਥੇ ਇਹ ਆ, ਉੱਥੇ ਵਾਹ ਆ, ਤੇ ਫਿਰ ਜੇ ਅਸੀਂ ਬਾਹਲੇ ਚੰਗੇ ਸੀ ਤੇ ਉਹ ਸਾਨੂੰ ਉੱਥੇ ਗਿਆ ਨੂੰ ਸਵਾਲ ਪੁੱਛਦੇ ਵੀ ਹੁਣ ਤੁਸੀਂ ਉੱਥੇ ਜਾ ਕੇ ਆਪਣਾ ਸੰਸਾਰ ਕਿਹੋ ਜਿਹਾ ਵਧੀਆ ਮਤਲਬ ਬੇਈਮਾਨੀਆਂ ਰਹਿਤ ਸਿਰਜ ਲਿਆ ਜੀ। ਜਦੋਂ ਉਹ ਸਵਾਲ ਸਾਨੂੰ ਉਲਟ ਆਪਾਂ ਇੱਥੇ ਬਹਿ ਕੇ ਉਹਨਾਂ 'ਚ ਨੁਕਸ ਕੱਢਣੇ ਤੇ ਆ ਗਏ, ਆਪਣੇ ਨੁਕਸ ਕੱਢ ਲਏ। ਉਹ ਜਦੋਂ ਉਹ ਸਾਨੂੰ ਪੁੱਛਦੇ ਵੀ ਹੁਣ ਤੁਹਾਡਾ ਕੀ ਹਾਲ ਆ,
300 ਦਿਨ ਗੁਜ਼ਰਨ 1 ਸਾਲ ਦੇ ਨਾ ਹਜੇ, ਤੇ 80 ਤੋਂ ਵੱਧ ਪੰਜਾਬੀ ਪੰਜਾਬਣਾ GTA ਦੇ ਵਿੱਚ ਹੀ ਫੜ ਹੋ ਜਾਣ ਜੁਰਮਾਂ ਦੇ ਵਿੱਚ। ਅੱਜ ਤੱਕ ਜਿਹੜੀਆਂ ਗ੍ਰਿਫਤਾਰੀਆਂ ਉਹ ਜਾਰੀ ਆ, ਤੇ ਉਹ ਜਿਹੜੇ ਅਜੇ ਗ੍ਰਿਫਤਾਰ ਨਹੀਂ ਹੋਏ LMIਆਂ ਦੇ ਫਰਾਡੀਏ ਜਾਂ ਚੋਰੀਆਂ, ਕੈਨੇਡਾ ਦੇ ਦੋਸ਼ੀ ਬਣ ਗਏ ਆ ਕਿ ਚੋਰ ਬਣ ਗਏ LMIਆਂ ਵਿੱਚ। ਦੀਵਾਲੀ ਮਨਾਈ ਨਾਲ, ਇਹ ਦੀਵਾਲੀ ਮਨਾਈ ਆ, ਦੇਸ਼ ਬਦਲ ਕੇ ਵੀ ਉਹੀ ਹਾਲ ਹੈ, ਅਗਿਆਨਤਾ ਨਾਲ ਢੋਈ ਹੈ। ਸੋ ਇਸ ਕਰਕੇ ਇਸ ਮੁਲਕ ਦੇ ਵਿੱਚ ਆ ਕੇ ਅਸੀਂ ਦੀਵਾਲੀ ਮਨਾਉਣ ਦਾ ਮਕਸਦ ਘੱਟੋ ਘੱਟ ਸਮਝ ਲਈਏ। ਦੀਵਾਲੀ ਮਨਾਉਣ ਦਾ ਮਕਸਦ ਹੈ ਆਪਣੇ ਦਿਮਾਗਾਂ ਦੇ ਵਿੱਚ, ਭਾਵੇਂ ਘਰ ਦੇ ਵਿੱਚ ਹੀ ਬਹਿ ਕੇ ਜਾਣੀ ਹਨੇਰਾ ਹੀ ਹੋਵੇ, ਕਮਰੇ ਦੇ ਵਿੱਚ ਦੀਵਾ ਨਾ ਵੀ ਜਗਿਆ ਹੋਵੇ, ਪਰ ਗੁਰੂ ਸ਼ਬਦ ਦੇ ਗਿਆਨ ਦਾ ਅਸੀਂ ਜੇ ਦੀਵਾ ਜਗਾ ਲਿਆ ਤੇ ਰੋਸ਼ਨੀ ਬੜੀ ਬਾਖੂਬ ਨਜ਼ਰ ਆਏਗੀ ਇਸ ਦੁਨੀਆ ਦੇ ਵਿੱਚ। ਪਰ ਜੇ ਦੇਸ਼ ਬਦਲੀ ਜਾਣੇ ਆ ਤੇ ਬੇਈਮਾਨੀਆਂ ਦਾ ਜਿਹੜਾ ਟੋਕਰਾ ਆ, ਉਹ ਗੰਦਗੀ ਦਾ ਦਿਮਾਗਾਂ ਦੇ ਵਿੱਚ ਨਾਲ ਢੋਈ ਫਿਰਨਾ, ਤੇ ਫਿਰ ਤੇ ਦੀਵਾਲੀਆਂ ਬਾਹਰ ਜਿੰਨੀਆਂ ਮਰਜ਼ੀ ਮੋਮਬੱਤੀਆਂ ਬਾਲੀ ਜਾਈਏ। ਸੋ ਕਹਿਣ ਦਾ ਮਤਲਬ ਇਹ ਹੈ ਜੀ ਵੀ ਮੋਮਬੱਤੀਆਂ ਉੱਥੇ ਮੈਨੇਜਮੈਂਟ ਕਹਿ ਰਹੇ ਨੇ ਵੀ ਡਿਕਸ ਗੁਰਦੁਆਰਾ ਸਾਹਿਬ ਨਹੀਂ ਉਸ ਦਿਨ ਬਾਲਣੀਆਂ। ਤੇ ਦੂਸਰਾ ਥੋੜੀ ਜਿਹੀ ਗੱਲ ਇਹ ਪ੍ਰਚਾਰੀ ਜਾ ਰਹੀ ਸੀ ਵੀ ਸ਼ਾਇਦ ਜੇ ਪਟਾਕੇ ਅਸੀਂ ਜਿਹੜੇ ਆ ਨਾ ਵੀ ਦੀਵਾਲੀ ਵਾਲੇ ਦਿਨ ਗੌਰ ਮੰਦਿਰ ਜਾ ਕੇ ਚਲਾ ਸਕਦੇ ਹਾਂ। ਕੁਛ ਲੋਕਾਂ ਨੂੰ ਇਹ ਵਹਿਮ ਹੋ ਗਿਆ ਹੋਇਆ ਅਰਸ਼। ਅਸੀਂ ਫਿਰ ਕੱਲ ਮੈਨੇਜਮੈਂਟ ਨਾਲ ਗੱਲ ਕੀਤੀ ਸੀ ਵੀ ਤੁਹਾਡੇ ਇੱਥੇ ਜੀ ਵੀ ਬਾਹਰ ਆ ਕੇ ਲੋਕਾਂ ਨੇ ਪਟਾਕੇ ਚਲਾ ਸਕਦੇ ਆ। ਉਹ ਕਹਿੰਦੇ ਵੀ ਇਹੋ ਜਿਹੀ ਕੋਈ ਗੱਲ ਹੀ ਨਹੀਂ, ਅਸੀਂ ਹਜੇ ਤੱਕ ਕਿਸੇ ਨੂੰ ਕਿਹਾ ਹੀ ਨਹੀਂ ਹੈ। ਇਸ ਕਰਕੇ ਸੋਸ਼ਲ ਮੀਡੀਆ ਤੇ ਪ੍ਰਚਾਰਨ ਕਈ ਵਾਰੀ ਹੋ ਜਾਂਦਾ ਮਨਮਰਜ਼ੀ ਦੇ ਤਰੀਕੇ ਨਾਲ ਲੋਕਾਂ ਦਾ। ਗੌਰ ਮੰਦਿਰ ਦੇ ਵਿੱਚ ਜਾ ਕੇ ਪਟਾਕੇ ਉਦਣ ਨਹੀਂ ਚਲਾਏ ਜਾ ਸਕਣਗੇ ਦੀਵਾਲੀ ਵਾਲੇ ਦਿਨ। ਡਿਕਸੀ ਰੋਡ ਗੁਰਦੁਆਰਾ ਸਾਹਿਬ ਵੈਸੇ ਉਹ ਕਹਿ ਰਹੇ ਜੀ ਵੀ ਬੰਦੀ ਛੋੜ ਦਿਵਸ ਤੇ ਮੋਮਬੱਤੀਆਂ ਨਹੀਂ, ਗੁਰੂ ਸ਼ਬਦ ਦਾ ਗਿਆਨ, ਸ਼ਬਦ ਪ੍ਰਵਾਹ ਚੱਲੇਗਾ, ਕੀਰਤਨ ਹੋਏਗਾ ਤੇ ਇਸ ਤਰੀਕੇ ਦੇ ਨਾਲ ਇਹ ਆ ਜੀ। ਪਰ ਬਾਹਰਲੀਆਂ ਮੋਮਬੱਤੀਆਂ ਦੀਵਿਆਂ ਵੱਲ ਖਿਆਲ ਘੱਟ ਕਰੋ, ਆਪਣੇ ਅੰਦਰ ਦਾ ਖਿਆਲ ਵੱਧ ਕਰੋ। ਅੰਦਰ ਗਿਆਨ ਦਾ ਦੀਵਾ ਜਗ ਗਿਆ ਨਾ ਤੇ ਦੁਨੀਆ ਆਪਣੇ ਆਪ ਰੋਸ਼ਨ ਨਜ਼ਰ ਆਵੇਗੀ। ਹੋਰ ਕੁਛ ਨਹੀਂ ਕਰ ਸਕਦੇ ਤੇ ਇਸ ਦੀਵਾਲੀ ਦੇ ਮੌਕੇ ਤੇ ਇਹੀ ਅਹਿਦ ਕਰ ਲਓ, ਪਿੱਛੇ ਜੋ ਹੋ ਗਿਆ ਠੀਕ ਹੈ, ਹੁਣ ਅਸੀਂ ਆਪਣੇ ਨਾਲ ਬਾਹਰਲੇ ਮੁਲਕਾਂ ਤੋਂ ਜਿਹੜੇ ਜੋੜੇ ਲੋਕ ਆਏ ਆ, ਉੱਥੋਂ ਜਿਹੜੇ ਗੰਦਗੀਆਂ ਦੇ ਟੋਕਰੇ ਦਿਮਾਗਾਂ ਦੇ ਵਿੱਚ ਬੇਈਮਾਨੀਆਂ ਦੀਆਂ ਸਕੀਮਾਂ ਵਾਲੇ ਢੋਏ ਆ, ਉਹ ਅੱਜ ਤੋਂ ਛੱਡੇ। ਜਗ ਗਿਆ ਦੀਵਾ, ਹੋ ਗਈ ਦੀਵਾਲੀ ਸਫਲ। ਕਰਕੇ ਦੇਖ ਲਓ, ਇੰਨਾ ਕਾਫੀ ਫਾਇਦਾ ਹੋਵੇਗਾ ਜੀ। ਜੌਲ ਸਾਹਿਬ ਅਗਲੀ ਖਬਰ ਵਾਸੀ ਵਧੀਏ ਜੋ ਕਾਫੀ ਇੰਟਰਸਟਿੰਗ ਨੇ, ਜੋ ਕੈਨੇਡੀਅਨ ਇਮੀਗ੍ਰੇਸ਼ਨ ਆਨਲਾਈਨ ਸਰਵਿਸਿਜ਼ ਵਿਲ ਨਾਟ ਬੀ ਅਵੇਲੇਬਲ ਟੂਨਾਈਟ 12:30 ਵਜੇ ਤੋਂ ਲੈ ਕੇ ਸਵੇਰ ਦੇ 5:30 ਤੱਕ। ਯੈਸ ਅਰਸ਼, ਇਹਨਾਂ ਸਮੇਂ ਤੇ ਆਪਣਾ ਜਿਹੜਾ ਸਿਸਟਮ ਹੈ ਉਹ ਅਪਗ੍ਰੇਡ ਕਰਦੇ ਰਹਿੰਦੇ ਨੇ। ਕਾਫੀ ਜਿਹੜਾ ਇਸ ਵੇਲੇ ਟਰਾਂਸਫੋਰਮੇਸ਼ਨ ਵੀ ਚੱਲ ਰਹੀ ਆ, ਵੀ ਪੇਪਰ ਐਪਲੀਕੇਸ਼ਨ ਤੋਂ ਆਨਲਾਈਨ ਸਰਵਿਸਿਜ਼ ਜਿਹੜੀਆਂ ਵਧਾਈਆਂ ਜਾ ਰਹੀਆਂ। ਆਨਲਾਈਨ ਐਪਲੀਕੇਸ਼ਨ ਫਾਈਲ ਕਰਨ ਦੀ ਜਿਹੜੀ ਆ ਪੂਰੀ ਦੀ ਪੂਰੀ ਸਰਵਿਸ ਆ ਉਹ ਤਿਆਰ ਵੀ ਹੋ ਰਹੀ ਆ। ਕੁਛ ਜਿਹੜੀ ਇੰਪਲੀਮੈਂਟ ਆਲਰੇਡੀ ਕੀਤੀ ਵੀ ਜਾ ਚੁੱਕੀ ਆ। ਸੋ ਫੇਜ਼ਸ ਦੇ ਵਿੱਚ ਇਹ ਸਭ ਕੁਝ ਵਾਪਰ ਰਿਹਾ ਜੀ। ਸੋ ਇਹ ਸਾਰਾ ਜਿਹੜਾ ਸੀ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਲਈ ਫਿਰ ਉਹ ਆਫ ਕੀਤਾ ਜਾਂਦਾ ਰਹਿੰਦਾ, ਤੇ ਉਸ ਦੇ ਲਈ ਫਿਰ ਸਮਾਂ ਜਿਹੜਾ ਸਭ ਤੋਂ ਜ਼ਿਆਦਾ ਢੁਕਵਾਂ ਚੁਣਿਆ ਜਾਂਦਾ ਵੀ ਜਿਹੜਾ ਕਿ ਉਹ ਹੋਵੇ ਜਦੋਂ ਕਿ ਲੋਕ ਘੱਟ ਤੋਂ ਘੱਟ ਆਨਲਾਈਨ ਸਰਵਿਸਿਜ਼ ਜਿਹੜੀਆਂ ਉਹ ਯੂਜ਼ ਕਰ ਰਹੇ ਹੋਣ ਜੀ। ਤੇ ਉਹ ਫਿਰ ਅੱਧੀ ਰਾਤ ਤੋਂ ਬਾਅਦ ਦਾ ਹੀ ਸਮਾਂ ਹੁੰਦਾ, ਜਿਸ ਕਰਕੇ ਜੀ ਵੀ ਅੱਜ ਅੱਧੀ ਰਾਤ ਤੋਂ ਬਾਅਦ ਜਾਣੀ ਕਿ ਅੰਮ੍ਰਿਤ ਵੇਲੇ ਤੱਕ ਇਹ ਕੈਨੇਡਾ ਇਮੀਗ੍ਰੇਸ਼ਨ ਦੀਆਂ ਆਨਲਾਈਨ ਸਾਰੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਅਵੇਲੇਬਲ ਨਹੀਂ ਹੋਣਗੀਆਂ ਜੀ। 905 813 1320 ਐਂਡ ਜੌਲ ਸਾਹਿਬ ਆਪਾਂ ਲਾਈਫ ਸਰਟੀਫਿਕੇਟ ਦੇ ਬਾਰੇ ਗੱਲਬਾਤ ਕਰ ਲਈਏ ਜੀ। ਯੈਸ, ਇਹ ਲਾਈਫ ਸਰਟੀਫਿਕੇਟ ਦੇਖੋ ਜੀ ਵੀ ਹਰ ਸਾਲ ਬਣਦਾ। ਬਹੁਤ ਸਾਰੇ ਭੈਣ ਭਰਾਵਾਂ ਨੂੰ ਇਹ ਆ ਜੀ ਵੀ ਜਿਹੜਾ ਲਾਈਫ ਸਰਟੀਫਿਕੇਟ ਆ ਉਹਨਾਂ ਦੇ ਡੋਰ ਸਟੈਪ ਦੇ ਨਜ਼ਦੀਕ ਅਟੈਸਟ ਹੋ ਜਾਏ। ਖਾਸ ਤੌਰ ਤੇ ਇਹ ਉਹਨਾਂ ਨੂੰ ਹੀ ਚਾਹੀਦਾ ਹੁੰਦਾ ਜਿਹੜੇ ਇੰਡੀਆ ਤੋਂ ਪੈਨਸ਼ਨਰ ਹੋ ਕੇ ਸਰਵਿਸ ਕਰਕੇ ਰਿਟਾਇਰਡ ਹੋ ਕੇ ਇੱਥੇ ਕੈਨੇਡਾ ਚ ਆਏ ਨੇ ਤੇ ਉੱਥੇ ਉਹਨਾਂ ਨੂੰ ਪੈਨਸ਼ਨ ਮਿਲ ਰਹੀ ਆ। ਉਹ ਜਿਹੜੀ ਪੈਨਸ਼ਨ ਆ ਜੀ ਵੀ ਹਰ ਸਾਲ ਫਿਰ ਉਹਨਾਂ ਨੂੰ ਆਪਣੀ ਲਾਈਫ ਦਾ ਵੀ ਅਸੀਂ ਜਿਉਂਦੇ ਜਾਗਦੇ ਆ, ਠੀਕ ਠਾਕ ਆ, ਪੈਨਸ਼ਨ ਦਿੱਤੀ ਜਾਂਦੀ ਰਹੇ ਵੀ ਉਹ ਸਰਟੀਫਿਕੇਟ ਜਿਹੜਾ ਉਹਨਾਂ ਨੂੰ ਫਾਈਲ ਕਰਨਾ ਪੈਂਦਾ ਆਪਣੇ ਡਿਪਾਰਟਮੈਂਟ ਦੇ ਕੋਲ। ਉਹ ਸਰਟੀਫਿਕੇਟ ਹੁਣ ਫਾਈਲ ਕਰਨ ਦਾ ਸਮਾਂ ਇਹੀ ਹੁੰਦਾ ਵੀ ਉਹ ਨਵੰਬਰ ਦੇ ਵਿੱਚ ਅਟੈਸਟ ਕਰਾਇਆ ਜਾਂਦਾ ਤੇ ਨਵੰਬਰ ਦੇ ਵਿੱਚ ਫਿਰ ਅਟੈਸਟ ਕਰਾਉਣ ਦੇ ਲਈ ਇਹ ਹੈ ਜੀ ਕਿ ਇਸ ਵੇਲੇ ਜਿਹੜੀ ਸਭ ਤੋਂ ਜ਼ਿਆਦਾ ਕੰਪੀਟੈਂਟ ਅਥਾਰਟੀ ਆ ਉਹ ਭਾਰਤ ਦਾ ਕੌਂਸੂਲੇਟ ਜਾਂ ਫਿਰ ਐਮਬੈਸੀ ਮੰਨੇ ਜਾਂਦੇ ਆ। ਤੇ ਭਾਵੇਂ ਕਿ ਸਟੇਟ ਬੈਂਕ ਆਫ ਇੰਡੀਆ ਵੀ ਕਰਦੇ ਆ ਜੀ ਵੀ ਇਹੀ ਸਰਟੀਫਿਕੇਟ ਅਟੈਸਟ ਤੇ, ਲੇਕਿਨ ਕਿ ਵੀ ਇਹ ਡੋਰ ਸਟੈਪ ਤੇ ਆ ਕੇ ਲੋਕਾਂ ਦੇ ਘਰਾਂ ਦੇ ਨੇੜੇ ਇਹਦੇ ਲਈ ਜਿਹੜੇ ਕੈਂਪ ਆ ਨਵੰਬਰ ਸਾਰਾ ਮਹੀਨਾ ਇਹ ਕੌਂਸੂਲੇਟ ਜਨਰਲ ਵੱਲੋਂ ਲੱਗਣੇ ਆ ਜੀ। ਵੈਸੇ ਤਾਂ ਸ਼ੁਰੂਆਤ ਉਧਰੋਂ ਵਿਨੀਪੈਗ ਵਾਲਿਓ ਪਾਸੇ ਹੋ ਜਾਣੀ ਆ, ਪਰ ਸਾਡੇ ਇੱਥੇ ਬਰੈਂਪਟਨ ਦੇ ਵਿੱਚ ਮਿਸਿਸਾਗਾ ਦੇ ਵਿੱਚ ਇਹਦੇ ਜਿਹੜੇ ਪ੍ਰੋਗਰਾਮ ਤਿਆਰ ਹੋਏ ਆ 6 ਨਵੰਬਰ ਨੂੰ ਜਾਣੀ ਕਿ ਜਿਹੜਾ ਜੀ ਵੀ ਲక్ష్ਮੀ ਨਾਰਾਇਣ ਮੰਦਿਰ ਦੇ ਵਿੱਚ ਇਹ ਟੋਰਾਂਟੋ ਦੇ ਵਿੱਚ ਕੈਂਪ ਲੱਗ ਜਾਣਾ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ। ਏਦਾਂ ਹੀ ਫਿਰ ਜਿਹੜਾ ਜੀ ਸਿੱਖ ਹੈਰੀਟੇਜ ਸੈਂਟਰ ਆ ਮੇਫੀਲਡ ਰੋਡ ਤੇ ਏਅਰਪੋਰਟ ਦੀ ਨੁੱਕਰ ਤੇ ਅਰਸ਼ ਪਿਓ ਉੱਥੇ 7 ਨਵੰਬਰ ਨੂੰ ਪਹਿਲਾ ਜਿਹੜਾ ਕੈਂਪ ਆ ਨਾ ਇਹ 10 ਵਜੇ ਤੋਂ ਲੈ ਕੇ 2 ਵਜੇ ਤੱਕ ਲੱਗਣਾ। ਉਸ ਦਿਨ ਐਤਵਾਰ ਹੋਊਗਾ ਜੀ। ਉਸ ਤੋਂ ਬਾਅਦ ਫਿਰ ਜਿਹੜੇ ਉਸ ਦਿਨ 7 ਨਵੰਬਰ ਮਿਸ ਕਰ ਜਾਣ ਉਹ ਉਤੋਂ ਅਗਲੇ ਸ਼ਨੀਚਰਵਾਰ ਪਹੁੰਚ ਜਾਣਗੇ 13
ਨਵੰਬਰ ਨੂੰ ਹਿੰਦੂ ਸਭਾ ਮੰਦਿਰ ਜੋ ਹੈਗੇ ਨੇ ਗੋਰ ਰੋਡ ਤੇ ਜੀ ਉੱਥੇ ਵੀ ਫਿਰ ਇਦਾਂ ਹੀ ਹੈ, ਜਾਣੀ 4-4 ਘੰਟੇ ਦਾ ਕੈਂਪ ਰੋਜ਼ ਲੱਗਣਾ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਦੋਂ ਵੀ ਇਹ ਲੱਗੇਗਾ। ਹਿੰਦੂ ਮੰਦਿਰ ਦੇ ਵਿੱਚ ਵੀ ਇਹ 13 ਨਵੰਬਰ ਨੂੰ ਜਿਹੜਾ ਜਾਣੀ 4 ਘੰਟੇ ਲਈ ਹੋਏਗਾ। ਇਦਾਂ ਹੀ ਫਿਰ ਮਿਸਿਸਾਗਾ ਦੇ ਵਿੱਚ ਆ ਜਾਣਾ ਉਹਨਾਂ ਨੇ ਅਗਲੇ ਦਿਨ ਫਿਰ 14 ਨਵੰਬਰ ਨੂੰ ਹਿੰਦੂ ਹੈਰੀਟੇਜ ਸੈਂਟਰ ਮਿਸਿਸਾਗਾ ਰੋਡ ਤੇ ਬਕਾਇਦਾ ਤੌਰ ਤੇ ਨੋ ਨਾਓ ਪਲੇਸ, ਉੱਥੇ ਸਾਰੇ ਜਿਹੜੇ ਆ ਈਵੈਂਟਸ ਆ ਇਹ ਕੌਂਸੂਲੇਟ ਜਨਰਲ ਦੇ ਹੁੰਦੇ ਰਹਿੰਦੇ ਆ ਜੀ। ਇਸੇ ਤਰੀਕੇ ਦੇ ਨਾਲ ਜੀ ਬਰੈਂਪਟਨ ਦੇ ਵਿੱਚ ਫਿਰ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਵੀ ਇੱਕ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ, ਉਹ ਹੈਗਾ 20 ਨਵੰਬਰ ਦਾ। 20 ਨਵੰਬਰ ਨੂੰ ਨਾਨਕਸਰ ਗੁਰਦੁਆਰਾ ਸਾਹਿਬ ਉੱਥੇ ਤੇ ਕਾਫੀ ਰਸ਼ ਹੋਏਗਾ ਲੱਗ ਰਿਹਾ। ਉਸ ਦਿਨ ਵੈਸੇ ਇਸ ਦੇ ਲਈ ਲੱਗ ਰਿਹਾ ਵੀ ਇਹਨਾਂ ਨੂੰ ਜ਼ਿਆਦਾ ਟਾਈਮ ਦੇਣਾ ਚਾਹੀਦਾ ਸੀਗਾ, ਟਾਈਮ ਉਹ ਵੀ 10 ਤੋਂ 2 ਦਾ ਹੀ ਹੈ। ਉਹ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ, ਸਿੱਖ ਹੈਰੀਟੇਜ ਸੈਂਟਰ ਵਿਖੇ ਤੇ ਹਿੰਦੂ ਸਭਾ ਮੰਦਿਰ ਵਿਖੇ ਕਾਫੀ ਉੱਥੇ ਰਸ਼ ਪੈਣ ਦੀ ਉਦੋਂ ਨੂੰ ਸੰਭਾਵਨਾ ਹੈਗੀ ਹੈ ਜੀ। ਸੋ ਲੇਕਿਨ ਕਿ ਕਾਫੀ ਜਿਹੜੀਆਂ ਸੀਨੀਅਰ ਉਸ ਵੇਲੇ ਐਸੋਸੀਏਸ਼ਨਸ ਨਾ ਕਲੱਬ 'ਚ ਹੈਗੇ ਆ, ਸ਼ੋ ਅੱਗੇ ਆਉਂਦੇ ਹੁੰਦੇ ਵੋਲੰਟੀਅਰ ਸਰਵਿਸ ਵਾਸਤੇ, ਉਹਨਾਂ ਦਾ ਵੀ ਧੰਨਵਾਦ ਹੈ। ਇਸ ਤਰੀਕੇ ਦੇ ਨਾਲ ਇਹ ਆ ਜੀ ਜਿਹੜੇ ਇਹ ਹਿੰਦੂ ਹੈਰੀਟੇਜ ਸੈਂਟਰ ਆ ਜਿਹੜਾ ਮਿਸਿਸਾਗਾ ਰੋਡ ਤੇ, ਉੱਥੇ ਫਿਰ ਇੱਕ ਵਾਰੀ 27 ਨਵੰਬਰ ਨੂੰ ਫਿਰ ਕੈਂਪ ਲੱਗਣਾ ਹੈ ਨਾ ਜੀ। ਸੋ ਇਸ ਕਰਕੇ ਸਫੀਸ਼ੀਐਂਟ ਜਿਹੜੇ ਇਹ ਇੰਤਜ਼ਾਮ ਕੀਤੇ ਗਏ ਆ ਵੀ ਲੋਕ ਜਿਹੜੇ ਸਾਰੇ ਸਰਵ ਹੋ ਜਾਣ। ਤੇ ਕੌਂਸਲਰ ਜਨਰਲ ਤੋਂ ਸਾਨੂੰ ਦੱਸਦੇ ਹੁੰਦੇ ਆ ਉੱਥੋਂ ਦੇ ਸਟਾਫ ਕਿ ਵੀ ਜਦੋਂ ਇੰਨੇ ਕੁ ਅਸੀਂ ਕੈਂਪ ਲਾ ਲਈਏ ਤੇ ਆਲਮੋਸਟ ਸਾਰੇ ਲੋਕ ਜਿਹੜੇ ਉਹ ਸਰਵ ਹੋ ਗਏ ਹੁੰਦੇ ਆ ਜਿਹਨਾਂ ਨੂੰ ਦੇ ਏਰੀਆ ਦੇ ਵਿੱਚ ਲਾਈਫ ਸਰਟੀਫਿਕੇਟ ਚਾਹੀਦਾ ਹੁੰਦਾ। ਉਧਰ ਉਹਨਾਂ ਨੇ ਕਿਚਨਰ ਦੇ ਵਿੱਚ ਵੀ ਇੱਕ ਜਿਹੜਾ ਲਗਾਇਆ ਕੈਂਬਰਿਜ ਦੇ ਵਿੱਚ, ਕੈਂਬਰਿਜ ਕਿਚਨਰ ਏਰੀਆ ਦੀ ਜਿਹੜੀ ਵਾਟਰਲੋ ਦੀ ਸੰਗਤ ਆ ਉਹਨਾਂ ਨੂੰ ਸਰਵ ਕਰਨ ਦੇ ਵਾਸਤੇ ਜੀ, ਉਹ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਕੈਂਬਰਿਜ ਦੇ ਵਿੱਚ ਜਿਹੜਾ ਜੀ ਪੀ 28 ਨਵੰਬਰ ਨੂੰ ਅਜੇ ਚਲੋ ਉਹਦੇ ਵਿੱਚ ਟਾਈਮ ਹੈਗਾ ਜੀ, ਉਹ 3 ਘੰਟੇ ਦਾ ਹੀ ਹੋਏਗਾ 10 ਵਜੇ ਤੋਂ ਲੈ ਕੇ 1 ਵਜੇ ਤੱਕ, ਕਿਉਂਕਿ ਉੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਹੋਣ ਦੀ ਸੰਭਾਵਨਾ ਨਹੀਂ ਹੈਗੀ। ਸੋ ਕਿਚਨਰ ਦੇ ਵਿੱਚ ਫਿਰ ਇੱਕ ਹੋਰ ਕੈਂਪ ਲੱਗਣਾ ਹੈ। ਕੈਂਪ ਤੋਂ ਬਾਅਦ ਫਿਰ ਕਿਚਨਰ ਦੇ ਵਿੱਚ ਲੱਗਣਾ, ਇਹ 28 ਨਵੰਬਰ ਦੇ ਹੀ ਆ ਵੈਸੇ ਦੋਨੇ ਹੀ, ਕਿਚਨਰ ਦੇ ਵਿੱਚ ਵੀ ਤੇ ਕੈਂਬਰਿਜ ਦੇ ਵਿੱਚ ਵੀ, ਹੈ ਨਾ। ਜਿਹੜਾ ਕਿਚਨਰ ਵਾਲਾ ਕੈਂਪ ਹੈ ਉਹ ਉੱਥੇ ਹੈਗਾ ਜੀ ਬ੍ਰਹਮ ਰਿਸ਼ੀ ਮਿਸ਼ਨ ਮੰਦਿਰ ਹੈ ਜੀ, ਉਹਨਾਂ ਦੇ ਵਿੱਚ ਜਿਹੜਾ ਜੀ ਉੱਥੇ ਕਿਚਨਰ ਦੇ ਵਿੱਚ ਲੱਗੇਗਾ। ਉਹਦੇ ਵਿੱਚ ਸਮਾਂ ਹਜੇ ਹੈਗਾ, ਅਸੀਂ ਰਿਪੀਟ ਵੀ ਬਾਅਦ ਵਿੱਚ ਕਰ ਸਕਦੇ ਹਾਂ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਇਹ 7 ਨਵੰਬਰ 13 ਨਵੰਬਰ 14 ਨਵੰਬਰ 20 ਨਵੰਬਰ ਜਿਹੜੇ ਆ ਇਹ ਬਰੈਂਪਟਨ ਦੇ ਵਿੱਚ, 27 ਨਵੰਬਰ ਤੱਕ ਵੀ ਇੱਕ ਹੋਰ ਕੈਂਪ ਵੀ ਹੈਗਾ ਬਰੈਂਪਟਨ 'ਚ। ਉਸ ਲਿਹਾਜ਼ ਨਾਲ ਇਹ ਜੀ ਪੀ ਕਾਫੀ ਜਿਹੜੀਆਂ ਦਿਲਚਸਪ ਤਰੀਕਾ ਹੈਗੀਆਂ ਨੇ ਜਿਹੜਾ ਲਾਈਫ ਸਰਟੀਫਿਕੇਟ ਬਣਾਉਣਾ। ਆਲਰਾਈਟ, ਸਾਰੀਆਂ ਕਾਲਾਂ ਫਲੈਸ਼ ਕਰ ਰਹੇ ਨੇ। ਅਸੀਂ ਜਿੱਦਾਂ ਲਾਈਫ ਸਰਟੀਫਿਕੇਟ ਦੇ ਬਾਰੇ ਗੱਲ ਹੈ ਜੀ, ਤੁਸੀਂ ਜੌਲ ਸਾਹਿਬ ਦੇ ਨਾਲ ਪਰਸਨਲ ਗੱਲਬਾਤ ਕਰ ਲਿਓ ਜੀ, ਕਿਉਂਕਿ ਟਾਈਮ ਸਾਡਾ ਕੀਮਤੀ ਹੈ ਜੀ। ਪਰੰਤੂ ਆਪਾਂ ਕਾਲ ਲੈ ਲੈਣੇ ਫਰਸਟ ਔਨ ਦੀ ਏਅਰ। ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਦੁੱਗਲ ਅੰਕਲ ਬੋਲ ਰਿਹਾ। ਜੀ ਦੁੱਗਲ ਅੰਕਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਬੜੀ ਮਿਹਰਬਾਨੀ, ਤੁਸੀਂ ਜ਼ਿਕਰ ਕੀਤਾ ਜਿਹੜੇ ਕਿ ਮਤਲਬ ਯਾਨੀ 1 ਨਵੰਬਰ ਤੋਂ ਸ਼ੁਰੂ ਹੋ ਗਿਆ ਸੀ ਮਨਭਾਗੀ ਖਬਰਾਂ, ਤੇ ਮੈਂ ਉਹਦੇ ਵਿੱਚ ਦਿੱਲੀ ਸੀ ਉਹਨਾਂ ਦਿਨਾਂ 'ਚ, ਤੇ ਮੈਂ ਇੰਨਾ ਹੀ ਸਾਂਝ ਪਾਉਣਾ ਚਾਹੁੰਦਾ ਕਿ ਮੈਂ ਸੈਕਟਰੀ ਸੀ ਆਪਣੀ ਏਰੀਆ ਵੈਲਫੇਅਰ ਐਸੋਸੀਏਸ਼ਨ ਦਾ, ਤੇ 5000 ਤੋਂ ਜ਼ਿਆਦਾ ਆਬਾਦੀ ਸੀ ਆਪਣੇ ਸਿੱਖ ਤੇ ਹਿੰਦੂ ਤੇ ਸਾਰੇ ਕਮਿਊਨਿਟੀ ਦੇ ਹਨ। ਤੇ ਮੈਨੂੰ ਇਹ ਦੱਸਦਿਆਂ ਇੰਨਾ ਹੀ ਕਹਿਣਾ ਚਾਹੁੰਦਾ ਕਿ ਵੀ ਮੈਂ ਆਪਣਾ ਇੱਕ ਨਿਮਾਣਾ ਜਿਹਾ ਆਦਮੀ ਹਾਂ, ਆਪਣੇ ਸਾਥੀਆਂ ਨੂੰ ਲੈ ਕੇ 2 ਹਫ਼ਤੇ ਪਹਿਰਾ ਦਿੱਤਾ ਹੈ, ਗੇਟ ਬੰਦ ਕਰਾਏ ਨੇ, ਔਰ ਇਸ ਇਲਾਜ ਦੇ ਸੀ ਬਲਾਕ ਦੇ ਵਿੱਚ ਇੱਕ ਮਤਲਬ ਨਹੀਂ ਆਂਚ ਨਹੀਂ ਆਣ ਦਿੱਤੀ ਆਪਣੇ ਸਿੱਖ ਭਰਾਵਾਂ ਤੇ। ਔਰ ਇਸ ਕਰਕੇ ਮੈਨੂੰ ਇਹ ਥੋੜੀ ਜਿਹੀ ਸੇਵਾ ਕਰਕੇ ਬੜੀ ਮਤਲਬ ਮੈਂ ਸਾਂਝ ਪਾਉਣਾ ਚਾਹੁੰਦਾ ਆਪਣੇ ਤੁਹਾਡੇ ਦੇ ਨਾਲ। ਤੇ ਦੂਸਰਾ ਆਪਣੇ ਭੈਣ ਆਏ ਸੀ ਜਗਦੀਸ਼ ਕੌਰ ਜੀ ਆਪਣੇ ਕੁਝ ਸਾਲ ਪਹਿਲੇ ਇੱਥੇ ਕੈਨੇਡਾ ਦੇ ਵਿੱਚ, ਤੇ ਉਹਨਾਂ ਨੇ ਕਿਹਾ ਸੀ, ਉਹ ਸਾਡੇ ਗਵਾਂਢੀ ਸਨ, ਥੋੜਾ ਜਿਹਾ ਦੂਰ ਹਨ, ਕਿ ਦੁੱਗੋ ਜੀ ਤੁਸੀਂ ਬਿਲਕੁਲ ਠੀਕ ਕਿਹਾ ਕਿ ਸੀ ਬਲਾਕ ਦੇ ਵਿੱਚ ਇੱਕ ਆਂਚ ਨਹੀਂ ਆਈ, ਔਰ ਤੁਹਾਡੀ ਉਹ ਜਿਹੜੀ ਸੇਵਾ ਹੈ ਸਫਲ ਰਹੀ ਹੈ। ਇੰਨਾ ਹੀ ਮੈਂ ਕਹਿੰਦੇ ਹੋਇਆ ਥੈਂਕ ਯੂ ਧੰਨਵਾਦ ਕਰਦਾ। ਥੈਂਕ ਯੂ ਸੋ ਮਚ ਜੀ। ਲੈਂਦੇ ਨੈਕਸਟ ਕਾਲ ਔਨ ਦੀ ਏਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ। ਗੱਲ ਏਦਾਂ ਵੀ ਤੁਸੀਂ ਹੁਣ ਅਨਾਉਂਸ ਕਰਿਆ ਵੀ ਜਿਹੜੇ ਪਿਛਲੇ ਮਹੀਨੇ ਤੋਂ ਸਟੇਟ ਬੈਂਕ ਆਫ ਇੰਡੀਆ ਵੀ ਬਣਾ ਰਿਹਾ ਹੈ, ਉਹ ਕੀ ਬਣਦਾ ਉੱਥੇ? ਸਟੇਟ ਬੈਂਕ ਆਫ ਇੰਡੀਆ ਜੀ, ਇੱਕ ਮਿੰਟ ਹੋਰ ਰੱਖਿਓ ਜੀ ਜੌਲ ਸਾਹਿਬ। ਹਾਂ ਬਿਲਕੁਲ, ਆਪਾਂ ਦੱਸਿਆ ਸਟੇਟ ਬੈਂਕ ਆਫ ਇੰਡੀਆ ਹਰ ਸਾਲ ਬਣਾਉਂਦੇ ਨੇ, ਪਰ ਇਹ ਕੈਂਪ ਸਪੈਸ਼ਲ ਹੈ ਜਿਹੜਾ ਕੌਂਸਲੇਟ ਜਨਰਲ ਲਗਾਉਂਦੇ ਨੇ, ਜਿਹਦਾ ਕਿ ਲੋਕਾਂ ਨੂੰ ਵੱਡਾ ਐਕਸਟਰਾ ਨੇ ਜੀ। ਜੀ ਆਲਰਾਈਟ, 905 813 1320। ਜੌਲ ਸਾਹਿਬ ਕੁਇਕਲੀ ਵਾਈਂਡ ਅਪ ਕਰਦੇ ਖਬਰ ਜੋ ਮਾਲਟਨ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਜੀ ਮੁੰਡੇ ਦੀ, ਉਹਦੇ ਬਾਰੇ ਆਪਾਂ ਫਟਾਫਟ ਗੱਲ ਕਰ ਲਈਏ ਜੀ। ਬਿਲਕੁਲ ਜੀ, ਬੜਾ ਇਹ ਜਿਹੜੀ ਚਰਚਾ ਦੇ ਵਿੱਚ ਘਟਨਾ ਆਈ ਸੀ ਅਰਸ਼ ਵੀ, ਜਦੋਂ ਆਪਾਂ ਦੇਖਿਆ ਉੱਥੇ ਗੋਲੀਆਂ ਚੱਲੀਆਂ ਸੀ, ਕਿਹਾ ਜਾ ਰਿਹਾ ਸੀਗਾ ਕਿ ਦੋਨੇ ਜਿਹੜੇ ਧੜੇ ਸੀਗੇ ਮੁੰਡਿਆਂ ਦੇ ਵੀ ਉਹ ਕੈਨੇਡੀਅਨ ਬੋਰਨ ਨਹੀਂ ਸੀਗੇ, ਕਿਉਂਕਿ ਜਦੋਂ ਇਦਾਂ ਦੀ ਘਟਨਾ ਵਾਪਰੇ ਪੰਜਾਬੀ ਨਾ ਆਉਣ ਸਾਹਮਣੇ ਤੇ ਫਿਰ ਆਪਾਂ ਨੂੰ ਪਤਾ ਹੁੰਦਾ ਵੀ ਸਟੂਡੈਂਟ ਹੋਣੇ ਆ ਨਾ, ਪਰ ਇਹ ਸਟੂਡੈਂਟ ਨਹੀਂ ਸੀਗੇ, ਕੈਨੇਡੀਅਨ ਬੋਰਨ ਸੀਗੇ ਇਹ ਲੜਕੇ।
ਜਿਹਦੀ ਡੈਥ ਹੋਈ ਆ ਤੇ ਕਤਲੋ ਗਾਰਤ, ਮਤਲਬ ਇਹ ਆ ਵੀ ਕੈਨੇਡਾ ਦੀ ਭਲ ਪਚਣ ਵਾਲੀ ਗੱਲ ਅਸੀਂ ਜੇ ਕਹਿੰਦੇ ਆ ਤੇ ਉਹ ਸਿਰਫ ਨਵੇਂ ਆਏ ਲੋਕਾਂ ਵਾਸਤੇ ਨਹੀਂ ਹੈ, ਬਿਲਕੁਲ ਉਹ ਸਾਰੇ ਲੋਕਾਂ ਵਾਸਤੇ ਹੀ ਆ ਜਿਹੜੇ ਇੱਥੇ ਪੈਦਾ ਹੋਏ ਆ। ਉਹ ਤਾਂ ਸਾਡੇ ਨਾਲੋਂ ਵੀ ਜ਼ਿਆਦਾ ਬਲੈਸਡ ਆ। ਮਹਾਰਾਜ ਨੇ ਏਡੀ ਕਿਰਪਾ ਕੀਤੀ ਵੀ ਤੁਹਾਡਾ ਜਨਮ ਦੁਨੀਆ ਦੇ ਨੰਬਰ 1 ਦੇਸ਼ ਦੇ ਵਿੱਚ ਹੋ ਰਿਹਾ ਜੀ, ਤੇ ਨੰਬਰ 1 ਦੇਸ਼ ਦੇ ਵਿੱਚ ਜਨਮ ਹੋਣ ਤੋਂ ਬਾਅਦ ਜੇ ਤੁਸੀਂ 10 ਨੰਬਰੀਏ ਬਣ ਗਏ ਤੇ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਵੱਧ ਸੰਗ ਵਾਲੀ ਹੋਰ ਕੋਈ ਗੱਲ ਹੈ ਜ਼ਿੰਦਗੀ ਦੇ ਵਿੱਚ। ਪਰ ਲੇਕਿਨ ਕਿ ਹੁਣ ਇਹ ਜਦੋਂ ਇਹ ਘਟਨਾ ਵਾਪਰੀ ਸੀ, ਘਟਨਾ ਵੀ ਕਿਉਂ ਵਾਪਰੀ ਵੀ ਇੰਨੀ ਕੀ ਗੱਲ, ਕੋਈ ਗੱਡੀ ਦੇ ਸ਼ੀਸ਼ੇ ਭੰਨਣ ਤੋਂ ਜਾਣੀ ਗੱਲ ਵਧੀ ਹੈ ਨਾ, ਇੱਧਰ ਉੱਧਰ ਆਰਗੂਮੈਂਟ ਹੋਇਆ ਤੇ ਫਿਰ ਉਹਨੇ ਜਿਹੜਾ ਜਸਤਰਨ ਸੰਧੂ ਸੀ ਇਹ ਤੇ ਦੋਸ਼ ਲੱਗਾ ਸੀ 18 ਸਾਲ ਦਾ ਇਹ ਮੁੰਡਾ ਕਿ ਇਹਨੇ ਜਾਣੀ ਕਾਲ ਕਰਕੇ ਮੁੰਡੇ ਹੋਰ ਸੱਦੇ ਸੀਗੇ, ਤਦ ਉੱਥੇ ਫਿਰ ਜਿਹੜੀਆਂ ਗੋਲੀਆਂ ਚੱਲੀਆਂ। ਤੇ ਇਹਨੂੰ ਸਵਾਲ ਇੰਨਾ ਹੀ ਸੀਗਾ ਵੀ ਤੂੰ ਜੇ ਉੱਥੇ ਕੋਈ ਤੇਰਾ ਐਮਰਜੈਂਸੀ ਲੱਗ ਰਹੀ ਸੀ ਤੇ ਆਪਣੇ ਮੁੰਡੇ ਥੋੜ੍ਹਾ ਸੱਦਣੇ ਸੀ, ਤੂੰ ਪੁਲਿਸ ਨੂੰ ਕਾਲ ਕਰਨੀ ਸੀ 911 ਤੇ, ਉਹ ਕਿਉਂ ਨਹੀਂ ਕੀਤੀ? ਸੋ ਉਹ ਹੁਣ ਪਤਾ ਨਹੀਂ ਇਹਨੂੰ ਐਜੂਕੇਸ਼ਨ ਨਹੀਂ ਸੀ, ਘਰਦਿਆਂ ਨੇ ਇਹਨੂੰ ਕੀ ਸਿਖਾਇਆ ਸੀ ਕਿ ਇਹਨੇ ਮੁੰਡੇ ਕਿਉਂ ਸੱਦੇ, ਇਹ ਤਾਂ ਹੁਣ ਇਹ ਜਾਣੇ। ਪਰ ਲੇਕਿਨ ਕਿ ਵੀ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਇਹ ਆਦਤਾਂ ਥੋੜ੍ਹੀਆਂ ਟਰਾਂਸਫਰ ਹੋ ਰਹੀਆਂ, ਜਿੱਥੋਂ ਆਪਾਂ ਆਏ ਹਾਂ ਉਹ ਆਦਤਾਂ ਨਾਲ ਦੀ ਨਾਲ ਅਗਲੀ ਪੀੜ੍ਹੀ ਦੇ ਵਿੱਚ ਵੀ ਜਾ ਰਹੀਆਂ। ਇਹ ਘਟਨਾ ਤੋਂ ਲੈਸਨ ਲੈਣ ਦੀ ਹੈ ਲੋੜ। ਸੋ ਹੁਣ ਪੁਲਿਸ ਨੇ ਜਾਂਚ ਪੜਤਾਲ ਜਿਹੜੀ ਇਹ 17 ਸਤੰਬਰ ਦੀ ਘਟਨਾ ਸੀਗੀ, ਇਹ ਜਸਤਰਨ ਸੰਧੂ ਤੇ 18 ਸਤੰਬਰ ਨੂੰ ਹੀ ਫੜ ਲਿਆ ਸੀਗਾ ਤੇ ਬਾਕੀ ਪੁੱਛਗਿੱਛ ਦੇ ਆਧਾਰ ਤੇ ਹੁਣ 16 ਸਾਲ ਦਾ ਇੱਕ ਹੋਰ ਮੁੰਡਾ ਕਾਬੂ ਕੀਤਾ ਜੀ। 16 ਸਾਲ ਦਾ ਇਹ ਮੁੰਡਾ ਜਿਹੜਾ ਹੈ ਤੇ ਫਸਟ ਡਿਗਰੀ ਮਰਡਰ ਚਾਰਜ ਲਗਾਇਆ ਜਾ ਰਿਹਾ, ਕਿਉਂਕਿ ਇਹ ਕਿਹਾ ਜਾ ਰਿਹਾ ਸੀ ਵੀ ਗੋਲੀਆਂ ਚਲਾਉਣ ਵਾਲਾ ਹਲੇ ਕਾਬੂ ਨਹੀਂ ਆਇਆ। ਸੋ ਇਹ ਮੁੰਡਾ ਫੜ ਕੇ ਫਸਟ ਡਿਗਰੀ ਲੱਗਣ ਦਾ ਮਤਲਬ ਹੈ ਵੀ ਇਹੀ ਗੋਲੀਆਂ ਚਲਾਉਣ ਵਾਲਾ ਹੋ ਸਕਦਾ। ਇਹਨੂੰ ਹੁਣ 28 ਅਕਤੂਬਰ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਬਾਕੀ ਅਗਲੀ ਜਿਹੜੀ ਜਾਂਚ ਅਜੇ ਜਾਰੀ ਹੈ। Alright, 9058131320 ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਐਂਡ ਇੱਕ ਵਾਰੀ ਫਿਰ ਤੋਂ ਤਮਾਮ ਜਿੰਨੇ ਵੀ ਰੱਬ ਵਰਗੇ ਸਰੋਤੇ ਸਾਨੂੰ ਸੁਣ ਰਹੇ ਨੇ, ਦੇਖ ਰਹੇ ਨੇ, ਤੁਸੀਂ ਜੌਲ ਸਾਹਿਬ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 4168953784 4168953784 ਤੇ ਜੌਲ ਸਾਹਿਬ ਨਾਲ ਡਾਇਰੈਕਟਲੀ ਗੱਲਬਾਤ ਕਰ ਸਕਦੇ ਹੋ। ਕੋਈ ਕਮਿਊਨਿਟੀ ਇਨਫੋਰਮੇਸ਼ਨ, ਲਾਈਫ ਸਰਟੀਫਿਕੇਟ ਦੇ ਬਾਰੇ, ਇਮੀਗ੍ਰੇਸ਼ਨ ਦੇ ਬਾਰੇ, ਤਾਂ ਜੌਲ ਸਾਹਿਬ ਦੇ ਨਾਲ ਐਨੀ ਟਾਈਮ 24 ਘੰਟੇ 7 ਦਿਨ ਤੁਸੀਂ ਜੌਲ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਜੌਲ ਸਾਹਿਬ ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ। ਥੈਂਕ ਯੂ ਸੋ ਮਚ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।